variables and variables type. ਵੇਰੀਏਬਲ ਕੀ ਹੁੰਦਾ ਹੈ? ਮੈਮਰੀ ਦੇ ਵਿੱਚ ਜਿਸ ਨੂੰ ਅਸੀਂ ਰੈਮ, ਪ੍ਰਾਇਮਰੀ ਮੈਮਰੀ ਬਹੁਤ ਕੁਝ ਕਹਿ ਦਿੰਦੇ ਹਾਂ, ਉਸ ਦੇ ਵਿੱਚ ਡਾਟਾ ਸਟੋਰ ਕਰਨ ਦੇ ਲਈ ਇੱਕ ਮੈਮਰੀ ਦੀ ਲੋਕੇਸ਼ਨ ਨੂੰ ਨਾਮ ਦਿੱਤਾ ਜਾਂਦਾ ਹੈ ਤਾਂ ਜੋ ਆਇਡੈਂਟੀਫਾਈ ਕੀਤਾ ਜਾ ਸਕੇ ਈਜ਼ੀਲੀ। ਮਤਲਬ ਜਦੋਂ ਵੇਰੀਏਬਲ ਡਿਕਲੇਅਰ ਹੁੰਦਾ ਹੈ ਤਾਂ ਮੈਮਰੀ ਦੇ ਵਿੱਚ ਇੱਕ ਲੋਕੇਸ਼ਨ ਵੇਰੀਏਬਲ ਦੀ ਡਾਟਾ ਟਾਈਪ ਦੇ ਅਕੋਰਡਿੰਗਲੀ ਕਿੰਨੇ ਬਾਈਟ ਉਹਨੇ ਲੈਣੇ ਨੇ ਉਹ ਡਿਕਲੇਅਰ ਹੋ ਜਾਂਦੀ ਹੈ ਤੇ ਉਸ ਨੂੰ ਇੱਕ ਨਾਮ ਅਸਾਈਨ ਕਰ ਦਿੱਤਾ ਜਾਂਦਾ ਹੈ। ਅਸੀਂ ਉਹਨੂੰ ਵੇਰੀਏਬਲ ਨੇਮ ਬੋਲਦੇ। ਹਰੇਕ ਲੈਂਗੁਏਜ 'ਚ ਵੇਰੀਏਬਲਸ ਹੁੰਦੇ ਨੇ, ਸੀ ਪਲੱਸ ਪਲੱਸ, ਜਾਵਾ, ਪਾਈਥਨ 'ਚ ਵੀ ਵੇਰੀਏਬਲਸ ਨੇ। ਡਾਟਾ ਸਟੋਰ ਕਰਨਾ ਹੈ ਟੈਂਪਰੇਰੀਲੀ ਜਿਹਦੇ ਤੇ ਸਾਡਾ ਪ੍ਰੋਗਰਾਮ ਕੰਮ ਕਰੇ। So variables are used to store data in memory. ਮੈਮਰੀ ਦੇ ਵਿੱਚ ਡਾਟਾ ਸਟੋਰ ਕਰਨ ਦੇ ਲਈ ਵੇਰੀਏਬਲਸ ਡਿਕਲੇਅਰ ਕੀਤੇ ਜੀ। ਵੇਰੀਏਬਲ ਅਸੀਂ ਪ੍ਰੋਗਰਾਮ 'ਚ ਡਿਕਲੇਅਰ ਕਰਦੇ ਹਾਂ, ਉਹ ਮੈਮਰੀ ਦੇ ਵਿੱਚ ਸਟੋਰੇਜ ਸਪੇਸ ਆਕੂਪਾਈ ਕਰ ਲੈਂਦੇ ਤਾਂ ਜੋ ਜਦੋਂ ਤੁਸੀਂ ਉਹਦੇ 'ਚ ਡਾਟਾ ਸਟੋਰ ਕਰੋ ਤਾਂ ਉਸ ਲੋਕੇਸ਼ਨ ਤੇ ਸਟੋਰ ਹੋ ਸਕੇ ਤੇ ਉਸ ਨਾਮ ਦੇ ਨਾਲ ਉਸਨੂੰ ਐਕਸੈਸ ਕੀਤਾ ਜਾ ਸਕੇ ਜੋ ਵੇਰੀਏਬਲ ਦਾ ਨਾਮ ਹੋਵੇ। When we declare a variable, some amount of memory is allocated to it. ਜਿਵੇਂ ਸੀ ਲੈਂਗੁਏਜ ਅਸੀਂ ਕਹਿੰਦੇ ਸੀ ਇੰਟੀਜਰ 2 ਬਾਈਟ ਲੈਂਦਾ ਹੈ, ਲੌਂਗ 4 ਬਾਈਟ ਲੈਂਦਾ, ਉਹ ਮੈਮਰੀ ਐਲੋਕੇਟ ਹੋ ਜਾਂਦੀ ਹੈ 19 ਉਸ ਵੇਰੀਏਬਲ। That storage location is used to store and retrieve data for the program. ਉਹ ਜਿਹੜੀ ਲੋਕੇਸ਼ਨ ਅਸੀਂ ਵੇਰੀਏਬਲ ਨੂੰ ਅਸਾਈਨ ਕੀਤੀ ਹੈ ਜਾਂ ਵੇਰੀਏਬਲ ਨੇ ਮੈਮਰੀ ਚੋਂ ਯੂਜ਼ ਕੀਤੀ ਹੈ, ਰਿਜ਼ਰਵ ਕੀਤੀ ਹੈ ਆਪਣੇ ਲਈ, ਉਸ ਦੇ 'ਚ ਅਸੀਂ ਡਾਟਾ ਸਟੋਰ ਵੀ ਕਰ ਸਕਦੇ ਹਾਂ ਤੇ ਰਿਟਰੀਵ ਮਤਲਬ ਰੀਡ ਵੀ ਕਰ ਸਕਦੇ। ਪ੍ਰੋਗਰਾਮ ਨੂੰ ਜਦੋਂ ਅਸੀਂ ਰਨ ਕਰਦੇ ਹਾਂ ਤਾਂ ਸਾਨੂੰ ਉਸ ਡਾਟੇ ਦੀ ਲੋੜ ਪੈਂਦੀ। In Python we can declare a variable as per the identifier rules. ਕੁਝ ਰੂਲਸ ਨੇ, ਉਹਨਾਂ ਦੇ ਅਕੋਰਡਿੰਗਲੀ ਅਸੀਂ ਡਿਕਲੇਅਰ ਕਰ ਸਕਦੇ ਹਾਂ ਵੇਰੀਏਬਲਸ। ਉਹ ਰੂਲਸ ਆਪਾਂ ਲਾਸਟ ਲੈਕਚਰ 'ਚ ਡਿਸਕਸ ਕਰ ਚੁੱਕੇ ਵੀ ਉਹਦੇ ਵਿੱਚ ਵੇਰੀਏਬਲ ਦਾ ਨਾਮ ਅਲਫਾਬੈਟ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਜਾਂ ਅੰਡਰਸਕੋਰ ਤੋਂ ਸ਼ੁਰੂ ਹੋ ਸਕਦਾ ਹੈ, ਉਹ 'ਚ ਸਪੇਸ ਨਹੀਂ ਹੋ ਸਕਦੀ, ਕਿਸੇ ਰਿਜ਼ਰਵਡ ਵਰਡ ਦਾ ਨਾਮ ਵੇਰੀਏਬਲ ਦੇ ਨਾਮ ਦੇ ਤੌਰ ਤੇ ਨਹੀਂ ਰੱਖਿਆ ਜਾਵੇ ਕਿਉਂਕਿ ਆਪਾਂ ਆਇਡੈਂਟੀਫਾਇਰ ਦੇ ਜਿਹੜੇ ਰੂਲ ਪੜ੍ਹੇ ਸੀ ਉਹੀ ਵੇਰੀਏਬਲ ਦੇ, ਕਿਉਂਕਿ ਵੇਰੀਏਬਲਸ ਆਰ ਆਲਸੋ ਆਇਡੈਂਟੀਫਾਇਰਸ। ਤੋ ਆ ਜਿਵੇਂ a ਇਜ਼ ਇਕੁਅਲ ਟੂ 5 ਲਿਖਿਆ ਹੈ, ਇਹਦੇ ਨਾਲ ਇੱਕ ਵੇਰੀਏਬਲ ਡਿਕਲੇਅਰ ਹੋ ਗਿਆ a ਜਿਸ ਦੀ ਵੈਲਿਊ 5 ਹੈ। b ਇਜ਼ ਇਕੁਅਲ ਟੂ ਰਾਜੂ ਲਿਖਿਆ ਸਿੰਗਲ ਕੋਮੇ 'ਚ, b ਦੂਜਾ ਵੇਰੀਏਬਲ ਡਿਕਲੇਅਰ ਹੋ ਗਿਆ, ਉਸ ਦੀ ਵੈਲਿਊ ਰਾਜੂ ਹੈ। ਮਤਲਬ ਇਹ ਜਿਹੜੀ ਵੈਲਿਊ ਹੈ ਉਹ a ਦੇ ਵਿੱਚ ਸਟੋਰ ਕਰ ਦਿੱਤੀ ਗਈ। ਇਹ ਇੱਕ ਮੈਮਰੀ ਲੋਕੇਸ਼ਨ ਦਾ ਨਾਮ ਆ, ਰਾਜੂ b ਦੇ ਵਿੱਚ ਸਟੋਰ ਕਰ ਦਿੱਤੀ ਗਈ। b ਇੱਕ ਹੋਰ ਮੈਮਰੀ ਲੋਕੇਸ਼ਨ ਦਾ ਨਾਮ। These lines declare two different variables and store values ਯਾਨੀ data in them. ਇਸ ਚੀਜ਼ ਨੂੰ ਆਪਾਂ ਇੱਕ ਲਾਈਨ 'ਚ ਵੀ ਕਰ ਸਕਦੇ ਹਾਂ, a, b is equal to 5, ਰਾਜੂ। ਇਹ ਤਰੀਕਾ ਹੋਰ ਲੈਂਗੁਏਜਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ, ਇਹ ਪਾਈਥਨ ਦਾ ਯੂਨੀਕ ਜਿਹਾ ਵੇ ਹੈ। ਸਾਰੇ ਵੇਰੀਏਬਲ ਪਹਿਲਾਂ ਕੌਮੇ ਪਾ ਕੇ ਇਕੁਅਲ ਟੂ ਪਾ ਕੇ ਬਾਅਦ 'ਚ ਉਹਨਾਂ ਦੀਆਂ ਵੈਲਿਊਜ਼ ਦੇਣਾ। ਬਾਕੀ ਲੈਂਗੁਏਜਸ ਦੇ ਵਿੱਚ ਹਰੇਕ ਵੇਰੀਏਬਲ ਦੀ ਵੈਲਿਊ ਉਹਦੇ ਨਾਲ ਹੀ ਇਕੁਅਲ ਟੂ ਪਾ ਕੇ ਦਿੱਤੀ ਜਾਂਦੀ ਹੈ, ਚਾਹੇ ਇੱਕੋ ਲਾਈਨ 'ਚ ਇੱਕ ਤੋਂ ਜ਼ਿਆਦਾ ਵੇਰੀਏਬਲ ਡਿਕਲੇਅਰ ਕਰਨੇ ਹੋਣ। ਸੋ ਡਿਫਰੈਂਸ ਹੈ ਤੇ ਤੁਸੀਂ ਸੀ ਪੜ੍ਹੀ ਹੈ ਤਾਂ ਸੀ ਲੈਂਗੁਏਜ ਤੋਂ ਥੋੜਾ ਡਿਫਰੈਂਟ। ਇੱਥੇ ਅਸੀਂ ਜਿੰਨੇ ਵੀ ਵੇਰੀਏਬਲ ਨੇ ਉਹਨਾਂ ਨੂੰ ਇੱਕ ਕੌਮਾ ਪਾ ਕੇ ਡਿਕਲੇਅਰ ਕਰ ਲਿਆ, ਫਿਰ ਸਿੰਗਲ ਇਜ਼ ਇਕੁਅਲ ਟੂ ਪਾ ਕੇ ਉਹਨਾਂ ਸਾਰਿਆਂ ਦੀ ਉਸੇ ਸੀਕੁਐਂਸ 'ਚ ਵੈਲਿਊ ਦਿੱਤੀ ਹੈ। ਇਹ ਪਾਈਥਨ ਦੇ ਵਿੱਚ ਹੀ ਇਦਾਂ ਚੱਲਦਾ। Note that while declaring a variable, no data type is specified.
ਦੂਜੀਆਂ ਲੈਂਗੁਏजेस ਦੇ ਵਿੱਚ ਡਾਟਾ ਟਾਈਪ ਪਹਿਲਾਂ ਦਿੰਦੇ ਹਾਂ ਅਸੀਂ, ਜਿਵੇਂ ਇੰਟੀਜਰ ਏ, ਇੰਟ ਏ ਲਿਖਦੇ ਆ ਜਾਂ ਫਲੋਟ ਬੀ ਲਿਖਦੇ ਆ, ਤਾਂ ਆਪਾਂ ਸੀ, ਜਾਵਾ, ਸੀ ਪਲੱਸ ਪਲੱਸ ਇੱਦਾਂ ਲਿਖਦੇ, ਪਰ ਇੱਥੇ ਅਸੀਂ ਕੋਈ ਡਾਟਾ ਟਾਈਪ ਨਹੀਂ ਦਿੱਤੀ। ਉਸ ਦਾ ਕਾਰਨ ਇਹ ਹੈ ਕਿ ਪਾਈਥਨ ਆਟੋਮੈਟਿਕਲੀ ਡਾਟਾ ਟਾਈਪ ਅਸਾਈਨ ਕਰ ਦਿੰਦੀ ਹੈ ਉਸ ਵੇਰੀਏਬਲ ਨੂੰ ਕਿ ਉਹਨੂੰ ਵੈਲਿਊ ਕਿਹੜੀ ਦਿੱਤੀ ਗਈ ਹੈ। ਜਿਵੇਂ ਮੰਨ ਲਓ ਇੱਥੇ ਤੁਸੀਂ 5 ਵੈਲਿਊ ਦਿੱਤੀ, 5 ਇੱਕ ਇੰਟੀਜਰ ਵੈਲਿਊ ਹੈ, ਇਹਦਾ ਮਤਲਬ ਇਹ ਦੀ ਡਾਟਾ ਟਾਈਪ ਇੰਟੀਜਰ ਬਣ ਜਾਏਗੀ ਆਪਣੇ ਆਪ। ਰਾਜੂ ਇੱਕ ਸਟਰਿੰਗ ਵੈਲਿਊ ਹੈ, ਤਾਂ ਬੀ ਦੀ ਡਾਟਾ ਟਾਈਪ ਆਪਣੇ ਆਪ ਸਟਰਿੰਗ ਬਣ ਜਾਏਗੀ। So depending upon the value assigned, the data type is automatically assigned by Python. Python automatically assigns the data type to the variables depending upon the value assigned. ਕਿਹੜੀਆਂ ਡਾਟਾ ਟਾਈਪਸ ਨੇ ਵੈਸੇ ਅਸਾਈਨ ਕਰਨ, ਤਾਂ ਚਲੋ ਪਾਈਥਨ ਆਪਣੇ ਆਪ ਅਸਾਈਨ ਕਰ ਦੇਗੀ, ਅਸੀਂ ਨਹੀਂ ਡਾਟਾ ਟਾਈਪ ਦੱਸਦੇ ਵੇਰੀਏਬਲ ਦੀ, ਪਰ ਜਿਹੜੀ ਉਹ ਆਟੋਮੈਟਿਕਲੀ ਅਸਾਈਨ ਕਰ ਰਹੀ ਹੈ ਉਹ ਹੈ ਤਾਂ ਡਾਟਾ ਟਾਈਪ ਹੀ। ਤਾਂ ਕਿਹੜੀਆਂ ਡਾਟਾ ਟਾਈਪਸ ਨੇ ਜਿਹੜੀਆਂ ਪਾਈਥਨ ਅਸਾਈਨ ਕਰਦੀ ਹੈ। In Python, when a variable is assigned with a value, its data type is automatically declared depending upon the value assigned. ਆ ਤਿੰਨ ਡਾਟਾ ਟਾਈਪਸ ਨੇ ਬੇਸਿਕਲੀ। ਇੰਟੀਜਰ, ਜਦੋਂ ਕਿਸੇ ਵੇਰੀਏਬਲ ਨੂੰ ਕੋਈ ਨੂਮੈਰਿਕ ਵੈਲਿਊ ਬਿਨਾਂ ਡੈਸੀਮਲ ਤੋਂ ਦਿੱਤੀ ਜਾਵੇ ਤਾਂ ਉਹ ਸਾਰੀ ਇੰਟੀਜਰ ਡਾਟਾ ਟਾਈਪ 'ਚ ਆ ਜਾਂਦੀ। When a variable is assigned with a numeric value without decimal point. Float, when a variable is assigned with a numeric value with a decimal point, ਜਦੋਂ ਅਸੀਂ ਡੈਸੀਮਲ ਲਾ ਦਾਂਗੇ ਤਾਂ ਉਹ ਫਲੋਟ ਵੈਲਿਊ ਬਣ, ਉਹ ਫਲੋਟ ਡਾਟਾ ਟਾਈਪ ਅਸਾਈਨ ਹੋ ਜਾਏਗੀ ਉਸ ਵੇਰੀਏਬਲ ਨੂੰ ਜਿਸ ਦੀ ਵੈਲਿਊ 'ਚ ਡੈਸੀਮਲ ਆਏ, ਨੂਮੈਰਿਕ ਵੈਲਿਊ 'ਚ। ਸਟ੍ਰਿੰਗ, when a variable is assigned with string value, string value ਨੂੰ ਅਸੀਂ ਸਿੰਗਲ ਕੋਮੇ 'ਚ ਜਾਂ ਡਬਲ ਕੋਮੇ 'ਚ ਲਿਖ ਸਕਦੇ। ਜਿਵੇਂ ਮੈਂ ਪਿੱਛੇ ਲਾਸਟ ਸਲਾਈਡ ਦੇ ਵਿੱਚ ਰਾਜੂ ਸਿੰਗਲ ਕੋਮੇ 'ਚ ਦਿੱਤਾ ਹੈ, ਇਹ ਇੱਕ ਸਟਰਿੰਗ ਵੈਲਿਊ ਹੈ। ਸੀਕੁਐਂਸ ਆਫ ਕਰੈਕਟਰਸ, ਗਰੁੱਪ ਆਫ ਕਰੈਕਟਰਸ, ਗਰੁੱਪ ਆਫ ਲੈਟਰਸ ਕਹਿ ਸਕਦੇ, ਕਿਉਂਕਿ ਇਹਦੇ 'ਚ ਨੂਮੈਰਿਕ ਵੀ ਹੋ ਸਕਦੇ ਆ, ਸਪੈਸ਼ਲ ਕਰੈਕਟਰ ਵੀ ਹੋ ਸਕਦਾ। ਸੋ ਗਰੁੱਪ ਆਫ ਕਰੈਕਟਰਸ ਕਹਾਂਗੇ ਪ੍ਰੋਗਰਾਮੈਟਿਕਲੀ, ਇਹ ਸ਼ਬਦ ਠੀਕ ਹੈ। ਲੈਟਰ ਦੇ ਵਿੱਚ ਅਸੀਂ ਇਕੱਲੇ ਅਲਫਾਬੈਟ ਕਾਊਂਟ ਕਰਦੇ ਹਾਂ ਜ਼ਿਆਦਾਤਰ। ਡਬਲ ਕੌਮਿਆਂ 'ਚ ਲਿਖੀ ਹੋਈ ਕੋਈ ਵੀ ਵੈਲਿਊ ਜਾਂ ਸਿੰਗਲ ਕੌਮਿਆਂ 'ਚ ਲਿਖੀ ਹੋਈ ਕੋਈ ਵੀ ਵੈਲਿਊ ਸਟਰਿੰਗ ਮੰਨੀ ਜਾਏਗੀ, ਚਾਹੇ ਨੰਬਰ ਵੀ ਹੋਵੇ। ਜੇ ਮੈਂ 43 ਨੂੰ ਵੀ ਡਬਲ ਕੌਮਿਆਂ 'ਚ ਲਿਖ ਦੇਵਾਂ ਜਾਂ ਸਿੰਗਲ ਕੌਮਿਆਂ 'ਚ ਲਿਖ ਦੇਵਾਂ ਤਾਂ ਉਸਨੂੰ ਸਟਰਿੰਗ ਮੰਨਿਆ ਜਾਏਗਾ, ਪਾਈਥਨ ਉਸਨੂੰ ਸਟਰਿੰਗ ਮੰਨੇ। ਡਬਲ ਕੌਮਿਆਂ 'ਚ ਜਾਂ ਸਿੰਗਲ ਕੌਮਿਆਂ 'ਚ ਕੋਈ ਵੀ ਵੈਲਿਊ ਦਿੰਦੇ ਆ ਉਹ ਸਟਰਿੰਗ ਡਾਟਾ ਟਾਈਪ 'ਚ ਆ ਜਾਂਦਾ। ਇਹ ਡਾਟਾ ਟਾਈਪਸ ਬਰੋਡਲੀ ਤਿੰਨ ਹੀ ਨੇ, ਜੋ ਵੈਲਿਊਜ਼ ਬਿਨਾਂ ਡੈਸੀਮਲ ਤੋਂ ਨੇ ਤੇ ਨੂਮੈਰਿਕ ਨੇ ਉਹ ਇੰਟੀਜਰ, ਜੋ ਵੈਲਿਊਜ਼ ਡੈਸੀਮਲ ਵਾਲੀਆਂ ਨੇ ਤੇ ਨੂਮੈਰਿਕ ਨੇ ਉਹ ਫਲੋਟ, ਜੋ ਵੈਲਿਊਜ਼ ਇਸ ਤੋਂ ਬਿਨਾਂ ਨੇ ਕੌਮਿਆਂ ਜਾਂ ਡਬਲ ਕੌਮੇ ਜਾਂ ਸਿੰਗਲ ਕੌਮੇ 'ਚ ਉਹ ਸਟਰਿੰਗ। ਤੇ ਅਸੀਂ ਇਹਨਾਂ 'ਚੋਂ ਕੋਈ ਵੀ ਡਾਟਾ ਟਾਈਪ ਖੁਦ ਨਹੀਂ ਦਿੰਦੇ, ਪਾਈਥਨ ਆਟੋਮੈਟਿਕਲੀ ਉਹਦੀ ਵੈਲਿਊ ਡਿਟੈਕਟ ਕਰਕੇ ਉਹਦੀ ਡਾਟਾ ਟਾਈਪ ਅਸਾਈਨ ਕਰ ਦਿੰਦਾ। ਪਰ ਹੁਣ ਇੱਥੇ ਇੱਕ ਗੱਲ ਹੋਰ ਆ ਜਾਂਦੀ ਹੈ ਕਿ ਕਈ ਵਾਰ ਸਾਨੂੰ ਇੱਕ ਡਾਟਾ ਟਾਈਪ ਨੂੰ ਦੂਜੀ ਡਾਟਾ ਟਾਈਪ 'ਚ ਕਨਵਰਟ ਕਰਨਾ ਪੈ ਸਕਦਾ, ਜਿਵੇਂ ਅਸੀਂ ਸਟਰਿੰਗ ਤੋਂ ਇੰਟੀਜਰ ਜਾਂ ਫਲੋਟ ਤੋਂ ਇੰਟੀਜਰ ਕਨਵਰਟ ਕਰਨਾ ਪੈ ਸਕਦਾ। ਉਸ ਵੇਲੇ ਸਾਨੂੰ ਕੁਝ ਫੰਕਸ਼ਨ ਵਰਤਣੇ ਪੈਂਦੇ ਨੇ ਜੋ ਪਾਈਥਨ ਦੇ ਅੰਦਰ। ਡਾਟਾ ਟਾਈਪ ਕਨਵਰਜ਼ਨ, ਇੱਕ ਡਾਟਾ ਟਾਈਪ ਨੂੰ ਦੂਸਰੀ ਡਾਟਾ ਟਾਈਪ 'ਚ ਕਨਵਰਟ ਕਰਨਾ। Sometimes in a program we need to convert from one data type to another. We need to convert from one data type to another, such as from an integer to a string. Integer ਨੂੰ string 'ਚ ਕਨਵਰਟ ਕਰਨ ਦੀ ਲੋੜ ਪੈ ਸਕਦੀ ਹੈ ਕਿਸੇ ਕੰਮ ਦੇ ਲਈ। This is known as type casting. ਜਦੋਂ ਇੱਕ ਟਾਈਪ ਨੂੰ ਦੂਜੀ ਟਾਈਪ 'ਚ ਕਨਵਰਟ ਕਰਿਆ ਜਾਂਦਾ ਹੈ, ਇਟ ਇਜ਼ ਕਾਲਡ ਟਾਈਪ ਕਾਸਟਿੰਗ। ਟਾਈਪ ਕਾਸਟਿੰਗ, ਇੱਕ ਡਾਟਾ ਟਾਈਪ ਨੂੰ ਦੂਜੀ ਡਾਟਾ ਟਾਈਪ 'ਚ ਕਨਵਰਟ ਕਰਨਾ ਹੋਵੇ
ਤਾਂ ਉਸ ਨੂੰ ਟਾਈਪ ਕਾਸਟਿੰਗ ਕਹਿੰਦੇ। देयर आर 3 बिल्ट इन फंक्शन, क्यों 3 डाटा टाइप्स ने साडे को, तो 3 ही फंक्शन ने उन्होंने 3 built in functions in Python that allows us to do typecasting। ਇੰਟੀਜ਼ਰ ਦੇ ਲਈ ਇੰਟ, ਇਹ ਫੰਕਸ਼ਨ ਕੋਈ ਵੀ ਡਾਟਾ ਟਾਈਪ ਫਲੋਟ ਜਾਂ ਸਟਰਿੰਗ ਲਏਗਾ, ਦੋ ਹੀ ਨੇ ਇਸ ਤੋਂ ਬਿਨਾ, ਉਹਨਾਂ ਨੂੰ ਇੰਟੀਜਰ ਚ ਕਨਵਰਟ ਕਰ ਦੇ। int function in Python takes in a float or an appropriate string, ਜਾਂ ਤਾਂ float value ਲਏਗਾ ਜਾਂ string ਲਏਗਾ, and converts it into an integer। ਜੇ string ਆਏਗੀ ਤਾਂ ਉਹਦੇ ਅੰਦਰ ਨੰਬਰ ਹੀ ਹੋਣੇ ਚਾਹੀਦੇ ਨੇ, ਉਸ string ਦੇ ਅੰਦਰ numeric digit ਹੋਣੇ ਚਾਹੀਦੇ ਨੇ। ਜੇ ਤੁਸੀਂ ਅਲਫਾਬੈਟਸ ਨੂੰ ਇੰਟੀਜਰ ਕਨਵਰਟ ਕਰੋਗੇ ਫਿਰ ਐਰਰ ਆ ਜਾਏਗੀ। ਮਤਲਬ ਐਪਰੋਪਰੀਏਟ ਸਟਰਿੰਗ ਮੀਨ ਉਹ ਬੇਸ਼ੱਕ ਸਟਰਿੰਗ ਹੋਵੇ, ਡਬਲ ਕਾਮੇ ਜਾਂ ਸਿੰਗਲ ਕਾਮੇ 'ਚ ਲਿਖੀ ਹੋਵੇ, ਪਰ ਉਹਦੇ ਅੰਦਰ ਜਿਹੜੇ ਕਰੈਕਟਰ ਨੇ ਉਹ ਡਿਜਿਟ ਹੋਣੇ ਚਾਹੀਦੇ ਨੇ, ਨਾ ਕਿ ਲੈਟਰਸ, ਤਾਂ ਉਹ ਕਨਵਰਟ ਹੋਏਗਾ, ਅਦਰਵਾਈਜ਼ ਐਰਰ ਆ ਜਾਏਗਾ। ਜੇ ਫਲੋਟ ਵੈਲਿਊ ਹੋਈ ਤਾਂ ਉਹਨੂੰ ਕਨਵਰਟ ਕਰਨ ਦੇ ਲਈ ਇਹ ਡੈਸੀਮਲ ਪੁਆਇੰਟ ਤੋਂ ਪਿਛਲੇ ਸਾਰੇ ਡਿਜਿਟ ਉਡਾ ਦੇਗਾ, ਸਿਰਫ ਇੰਟੀਜਰ ਪਾਰਟ ਰੱਖ ਲੇਗਾ, ਇੰਟੀਜਰ 'ਚ ਕਨਵਰਟ ਹੋ ਜਾਏਗੀ ਫਲੋਟ ਵੈਲਿਊ। To change a float to an integer, anything after the decimal point is removed। ਜਿਵੇਂ 4.5 ਲਿਖਿਆ, 0.5 ਉੜ ਜਾਣਾ, ਕੱਲਾ 4 ਰਹਿ ਜਾਣਾ, ਇੰਟ ਕਨਵਰਟ ਕਰੋਗੇ ਜਦੋਂ। ਸੇਮ ਫਲੋਟ ਫੰਕਸ਼ਨ ਹੈ, ਇਹ ਇੰਟੀਜਰ ਜਾਂ ਸਟਰਿੰਗ ਲਏਗਾ ਤੇ ਉਸਨੂੰ ਫਲੋਟ ਚ ਕਨਵਰਟ ਕਰ ਦੇਗਾ। This function takes an integer or an appropriate string and changes it into float। ਫਲੋਟ ਚ ਕਨਵਰਟ ਕਰ ਦੇ, ਸੇਮ ਉਸੇ ਤਰ੍ਹਾਂ ਜਿਵੇਂ ਇੰਟੀਜਰ ਨੇ ਕਰਿਆ। ਐਪਰੋਪਰੀਏਟ ਸਟਰਿੰਗ ਮੈਂ ਫਿਰ ਦੱਸ ਦਵਾਂ ਕਿ ਜਿਹੜੀ ਇਹਦੇ ਅੰਦਰ ਸਟਰਿੰਗ ਦੇਣੀ ਹੈ ਤੁਸੀਂ, ਉਹ ਬੇਸ਼ੱਕ ਡਬਲ ਕਾਮੇ ਜਾਂ ਸਿੰਗਲ ਕਾਮੇ 'ਚ ਹੋਏਗੀ, ਲੇਕਿਨ ਉਸਦੇ ਜਿਹੜੇ ਕਰੈਕਟਰ ਨੇ ਉਹ ਡਿਜਿਟ ਹੋਣੇ ਚਾਹੀਦੇ ਨੇ, ਅਲਫਾਬੈਟ ਨਹੀਂ ਹੋਣੇ ਚਾਹੀਦੇ, ਕਿਉਂਕਿ ਅਲਫਾਬੈਟ ਤਾਂ ਨੰਬਰ 'ਚ ਕਨਵਰਟ ਨਹੀਂ ਹੋ ਸਕਦਾ। ਐਪਰੋਪਰੀਏਟ ਸਟਰਿੰਗ ਹੋਣੀ ਚਾਹੀਦੀ। ਤੇ ਜਦੋਂ ਤੁਸੀਂ ਕਿਸੇ ਇੰਟੀਜਰ ਨੂੰ ਫਲੋਟ 'ਚ ਕਨਵਰਟ ਕਰੋਗੇ ਤਾਂ ਇਹ ਡਾਟ ਲਾ ਕੇ, ਡੈਸੀਮਲ ਲਾ ਕੇ ਨਾਲ 0 ਲਾ ਦੇਗਾ। ਮਤਲਬ ਮੰਨ ਲਓ 4 ਨੂੰ ਫਲੋਟ 'ਚ ਕਨਵਰਟ ਕਰਨਾ 4, ਤਾਂ 4.0 ਬਣ ਗਿਆ ਸਮਝ, ਉਸ ਨੂੰ ਡੈਸੀਮਲ 'ਚ ਕਨਵਰਟ ਕਰ ਦੇ, ਡੈਸੀਮਲ ਨੰਬਰ 'ਚ। ਸੇਮ ਤੀਸਰਾ ਫੰਕਸ਼ਨ ਹੈ str ਸਟਰਿੰਗ ਦੇ ਲਈ। ਇਹ ਫੰਕਸ਼ਨ converts an integer or float to a string। ਇਹਨੂੰ ਤੁਸੀਂ ਕੋਈ ਵੀ ਇੰਟ ਜਾਂ ਫਲੋਟ ਦਿਓਗੇ, ਇੰਟੀਜਰ ਜਾਂ ਫਲੋਟ ਨੰਬਰ ਦਿਓਗੇ ਤੇ ਉਸ ਨੂੰ ਸਟਰਿੰਗ ਫਾਰਮ 'ਚ ਕਨਵਰਟ ਕਰ ਦਿਆ। ਮੀਨਸ ਇਹ ਸਮਝ ਲਓ ਕਿ ਆਟੋਮੈਟਿਕਲੀ ਉਹ ਸਿੰਗਲ ਕਾਮੇ ਜਾਂ ਡਬਲ ਕਾਮੇ 'ਚ ਇਨਕਲੋਜ਼ ਹੋ ਜਾਏਗਾ ਉਹ ਨੰਬਰ, ਅਤੇ ਉਹ ਸਟਰਿੰਗ ਦੀ ਫਾਰਮ ਦੇ ਵਿੱਚ ਕਨਵਰਟ ਹੋ ਜਾਏਗਾ। ਇਸ ਤਰ੍ਹਾਂ ਨਾਲ ਇਹ 3 ਫੰਕਸ਼ਨ ਨੇ ਜਿਹੜੇ ਡਾਟਾ ਟਾਈਪ ਕਨਵਰਜ਼ਨ ਦੇ ਲਈ ਵਰਤੇ ਜਾਂਦੇ ਨੇ, ਤੇ ਇਸ ਨੂੰ ਅਸੀਂ ਟਾਈਪ ਕਾਸਟਿੰਗ ਬੋਲਦੇ ਹਾਂ ਪਾਈਥਨ ਦੇ।